ਇੱਕ ਵਾਰ ਮੌਤ ਦੇ ਦੇਵਤੇ ਨੇ ਆਪਣੇ ਇੱਕ ਦੂਤ ਨੂੰ ਇੱਕ ਔਰਤ ਦੀ ਮੌਤ ਤੋਂ ਬਾਅਦ ਉਸ ਦੀ ਆਤਮਾ ਨੂੰ ਲੈ ਕੇ ਆਉਣ ਲਈ ਧਰਤੀ ਤੇ ਭੇਜਿਆ ਸੀ। ਪਰ ਉਹ ਦੂਤ ਉਸ ਔਰਤ ਦੇ ਘਰ ਦੇ ਹਾਲਾਤ ਦੇਖ ਕੇ ਚਿੰਤਾ ਵਿੱਚ ਪੈ ਜਾਂਦਾ ਏ। ਉਸਨੇ ਦੇਖਿਆ ਕਿ 3 ਛੋਟੀਆਂ ਬੱਚੀਆਂ ਉਸ ਦੀ ਲਾਸ਼ ਦੇ ਆਲੇ ਦੁਆਲੇ ਪਈਆਂ ਸੀ। ਉਹਨਾਂ ਵਿੱਚੋਂ ਇੱਕ ਹੁਣ ਵੀ ਆਪਣੀ ਮਰੀ ਹੋਈ ਮਾਂ ਦਾ ਦੁੱਧ ਚੁੰਘ ਰਹੀ ਸੀ ਤੇ ਦੂਸਰੀ ਵਿਲਕ ਵਿਲਕ ਕੇ ਰੋ ਰਹੀ ਸੀ ਤੇ ਤੀਜੀ ਰੋ ਰੋ ਕੇ ਭੁੱਖੀ ਹੀ ਸੌਂ ਗਈ ਸੀ। ਉਸ ਔਰਤ ਦੇ ਹੰਝੂ ਉਸ ਦੀਆਂ ਅੱਖਾਂ ਦੇ ਬਾਹਰ ਸੁੱਕੇ ਪਏ ਸੀ। 3 ਛੋਟੀਆਂ ਜੁੜਵਾ ਭੈਣਾਂ ਦੇ ਪਰਿਵਾਰ ਵਿੱਚ ਹੋਰ ਕੋਈ ਵੀ ਉਹਨਾਂ ਦੀ ਦੇਖਭਾਲ ਕਰਨ ਵਾਲਾ ਨਹੀਂ ਸੀ ਬਚਿਆ। ਉਹਨਾਂ ਦਾ ਪਿਓ ਪਹਿਲਾਂ ਹੀ ਕਿਸੇ ਬਿਮਾਰੀ ਨਾਲ ਇਸ ਦੁਨੀਆ ਤੋਂ ਜਾ ਚੁੱਕਾ ਸੀ। ਬਸ ਇੱਕ ਮਾਂ ਹੀ ਉਹਨਾਂ ਦਾ ਆਖਰੀ ਸਹਾਰਾ ਸੀ। ਪਰ ਮਾੜੇ ਕਰਮਾਂ ਨੂੰ ਉਹ ਵੀ ਚੱਲ ਵਸੀ। ਉਹ ਦੂਤ ਇਹ ਸੋਚ ਕੇ ਪਰੇਸ਼ਾਨ ਹੋ ਗਿਆ ਕਿ ਹੁਣ ਇਹਨਾਂ ਦਾ ਕੀ ਹੋਵੇਗਾ। ਕੌਣ ਇਹਨਾਂ ਕਿਸਮਤ ਦੀਆਂ ਮਾਰੀਆਂ ਦੀ ਸਾਂਭ ਸੰਭਾਲ ਕਰੂਗਾ। ਇਹਨਾਂ ਸੋਚਾਂ ਨੂੰ ਸੋਚਦਾ ਹੋਇਆ ਉਹ ਖਾਲੀ ਹੱਥ ਹੀ ਵਾਪਸ ਚਲਾ ਜਾਂਦਾ ਏ ਤੇ ਆਪਣੇ ਮੌਤ ਦੇ ਦੇਵਤੇ ਨੂੰ ਬੋਲਿਆ ਕਿ ਮੇਰੀ ਉਸ ਔਰਤ ਦੀ ਆਤਮਾ ਨੂੰ ਲਿਆਉਣ ਦੀ ਹਿੰਮਤ ਜਹੀ ਨਹੀਂ ਪਈ। ਮੈਨੂੰ ਮਾਫ਼ ਕਰ ਦਿਓ। ਲੱਗਦਾ ਏ ਤੁਹਾਨੂੰ ਉਸ ਸਥਿਤੀ ਦਾ ਅੰਦਾਜ਼ਾ ਵੀ ਨਹੀਂ ਹੋਣਾ। ਜੇਕਰ ਮੇਰੀ ਜਗ੍ਹਾ ਤੁਸੀਂ ਹੁੰਦੇ ਤਾਂ ਸ਼ਾਇਦ ਤੁਸੀਂ ਵੀ ਇਸੇ ਤਰ੍ਹਾਂ ਹੀ ਕਰਨਾ ਸੀ। ਉਸ ਔਰਤ ਦੀਆਂ 3 ਛੋਟੀਆਂ ਜੁੜਵਾ ਬੱਚੀਆਂ ਨੇ। ਇੱਕ ਹਜੇ ਵੀ ਉਸ ਮਰੀ ਹੋਈ ਮਾਂ ਦਾ ਦੁੱਧ ਚੁੰਘ ਰਹੀ ਸੀ ਤੇ ਦੂਸਰੀ ਰੋਂਦੇ ਰੋਂਦੇ ਸੌਂ ਗਈ ਸੀ ਤੇ ਤੀਸਰੀ ਨੂੰ ਬਿਲਕਦੀ ਹੋਈ ਨੂੰ ਕੋਈ ਚੁੱਪ ਕਰਾਉਣ ਵਾਲਾ ਵੀ ਨਹੀਂ ਸੀ। ਇਹ ਸਭ ਦੇਖ ਕੇ ਮੇਰਾ ਮਨ ਉਸ ਔਰਤ ਦੀ ਆਤਮਾ ਨੂੰ ਲੈ ਕੇ ਆਉਣ ਲਈ ਨਹੀਂ ਮੰਨਿਆ। ਮੇਰਾ ਤਾਂ ਕੀ ਕਿਸੇ ਦਾ ਵੀ ਇਹ ਸਭ ਦੇਖ ਕੇ ਮਨ ਪਸੀਜ ਜਾਵੇ। ਮਹਾਰਾਜ, ਕੀ ਅਜਿਹਾ ਹੋ ਸਕਦਾ ਏ ਕਿ ਉਸ ਔਰਤ ਨੂੰ ਜਿਉਣ ਲਈ ਕੁਝ ਸਮਾਂ ਹੋਰ ਦੇ ਦਿੱਤਾ ਜਾਵੇ ਤਾਂ ਜੋ ਬੱਚੀਆਂ ਥੋੜਾ ਹੋਰ ਵੱਡੀਆਂ ਹੋ ਜਾਣ। ਮੌਤ ਦਾ ਦੇਵਤਾ ਆਪਣੇ ਦੂਤ ਦੀ ਗੱਲ ਸੁਣ ਕੇ ਜ਼ੋਰ-ਜ਼ੋਰ ਨਾਲ ਹੱਸਣ ਲੱਗ ਜਾਂਦਾ ਏ ਤੇ ਬੋਲਦਾ ਏ, ਤੂੰ ਤਾਂ ਇੱਕ ਵਾਰ ਧਰਤੀ ਤੇ ਜਾ ਕੇ ਹੀ ਬਹੁਤ ਜ਼ਿਆਦਾ ਸਮਝਦਾਰ ਹੋ ਗਿਆ ਏ। ਉਸ ਪਰਮ ਪਿਤਾ ਪ੍ਰਮਾਤਮਾ ਤੋਂ ਵੀ ਜ਼ਿਆਦਾ, ਜਿਸ ਦੀ ਕਿਰਪਾ ਦੇ ਨਾਲ ਮਨੁੱਖ ਨੂੰ ਜ਼ਿੰਦਗੀ ਮਿਲਦੀ ਏ ਤੇ ਉਸ ਦੀ ਮਰਜ਼ੀ ਦੇ ਨਾਲ ਮੌਤ। ਤੂੰ ਜਾਣੇ ਅਣਜਾਣੇ ਵਿੱਚ ਬਹੁਤ ਵੱਡਾ ਪਾਪ ਕਰ ਦਿੱਤਾ ਏ। ਇਸ ਲਈ ਤੂੰ ਸਜ਼ਾ ਦਾ ਵੀ ਹੱਕਦਾਰ ਏ। ਤੇਰੀ ਸਜ਼ਾ ਇਹ ਹੈ ਕਿ ਤੈਨੂੰ ਧਰਤੀ ਤੇ ਸੁੱਟ ਦਿੱਤਾ ਜਾਵੇਗਾ ਤੇ ਤੂੰ ਉਦੋਂ ਤੱਕ ਵਾਪਸ ਨਹੀਂ ਆ ਸਕਦਾ ਜਦੋਂ ਤੱਕ ਤੂੰ ਆਪਣੀ ਇਸ ਮੂਰਖਤਾ ਤੇ 3 ਵਾਰ ਹੱਸ ਨਹੀਂ ਲੈਂਦਾ। ਤੇ ਫਿਰ ਦੇਵਦੂਤ ਬਿਨਾਂ ਕੋਈ ਸਵਾਲ ਕੀਤੇ ਆਪਣੀ ਸਜ਼ਾ ਭੋਗਣ ਲਈ ਤਿਆਰ ਹੋ ਜਾਂਦਾ ਏ, ਕਿਉਂਕਿ ਉਸਨੂੰ ਪੂਰਾ ਭਰੋਸਾ ਸੀ ਕਿ ਉਸਨੇ ਕੁਝ ਗਲਤ ਨਹੀਂ ਕੀਤਾ ਤੇ ਫਿਰ ਖੁਦ ਤੇ ਹੱਸਣ ਦਾ ਮੌਕਾ ਕਿੱਥੋਂ ਆਉਣਾ ਏ। ਸੋ ਦੂਤ ਨੂੰ ਧਰਤੀ ਤੇ ਸੁੱਟ ਦਿੱਤਾ ਗਿਆ। ਠੰਡ ਦਾ ਮੌਸਮ ਸੀ ਤੇ ਉਹ ਇੱਕ ਸੜਕ ਦੇ ਕਿਨਾਰੇ ਬਿਲਕੁਲ ਨੰਗਾ ਪਿਆ ਸੀ। ਉਸੇ ਵੇਲੇ ਇੱਕ ਜੁੱਤੀਆਂ ਬਣਾਉਣ ਵਾਲਾ ਉੱਥੋਂ ਲੰਘ ਰਿਹਾ ਸੀ। ਉਹ ਕਿਵੇਂ ਨਾ ਕਿਵੇਂ ਪੈਸਿਆਂ ਦਾ ਜੁਗਾੜ ਕਰਕੇ ਆਪਣੇ ਘਰਵਾਲੀ ਅਤੇ ਆਪਣੇ ਬੱਚਿਆਂ ਲਈ ਗਰਮ ਕੱਪੜੇ ਅਤੇ ਕੰਬਲ ਲੈਣ ਲਈ ਜਾ ਰਿਹਾ ਸੀ। ਪਰ ਰਾਹ ਵਿੱਚ ਜਦੋਂ ਉਸਨੇ ਇੱਕ ਨੰਗੇ ਸ਼ਖਸ ਨੂੰ ਠੰਡ ਵਿੱਚ ਕੁੰਗੜਦੇ ਹੋਏ ਦੇਖਿਆ ਤੇ ਉਸਨੂੰ ਦੂਤ ਤੇ ਤਰਸ ਜਿਹਾ ਆ ਗਿਆ। ਉਸਨੇ ਆਪਣੇ ਪਰਿਵਾਰ ਲਈ ਗਰਮ ਕੱਪੜੇ ਅਤੇ ਕੰਬਲ ਲੈਣ ਦੀ ਬਜਾਏ ਉਸ ਦੇਵਦੂਤ ਲਈ ਕੱਪੜੇ ਅਤੇ ਕੰਬਲ ਖਰੀਦ ਲਏ। ਦੂਤ ਨੇ ਉਸ ਸ਼ਖਸ ਨੂੰ ਕਿਹਾ ਕਿ ਮੇਰਾ ਕੋਈ ਘਰ ਪਰਿਵਾਰ ਨਹੀਂ ਹੈ ਤੇ ਨਾ ਹੀ ਰਹਿਣ ਲਈ ਕੋਈ ਸਿਰ ਤੇ ਛੱਤ ਏ। ਐਨੀ ਠੰਡ ਵਿੱਚ ਮੈਂ ਕਿੱਥੇ ਜਾਵਾਂਗਾ, ਕਿੱਥੇ ਆਸਰਾ ਲੱਭਾਂਗਾ। ਉਹ ਜੁੱਤੀਆਂ ਬਣਾਉਣ ਵਾਲਾ ਵਾਕਈ ਬੜਾ ਦਿਆਲੂ ਇਨਸਾਨ ਸੀ। ਉਸਨੇ ਬਿਨਾਂ ਕੁਝ ਦੇਰ ਕੀਤੇ ਕਿਹਾ ਕਿ ਤੂੰ ਫਿਕਰ ਨਾ ਕਰ, ਤੂੰ ਮੇਰੇ ਨਾਲ ਮੇਰੇ ਘਰ ਚੱਲ। ਪਰ ਇੱਕ ਗੱਲ ਦੀ ਗੌਰ ਰੱਖੀ, ਮੈਂ ਘਰੋਂ ਆਪਣੇ ਪਰਿਵਾਰ ਵਾਸਤੇ ਕੱਪੜੇ ਅਤੇ ਕੰਬਲ ਲੈਣ ਲਈ ਆਇਆ ਸੀ, ਪਰ ਉਹਨਾਂ ਪੈਸਿਆਂ ਦੇ ਮੈਂ ਤੇਰੇ ਲਈ ਕੱਪੜੇ ਖਰੀਦ ਲਏ ਤੇ ਹੁਣ ਤੈਨੂੰ ਆਪਣੇ ਘਰ ਵੀ ਲੈ ਕੇ ਜਾ ਰਿਹਾ। ਇਸ ਲਈ ਮੇਰੀ ਪਤਨੀ ਮੇਰੇ ਨਾਲ ਗੁੱਸੇ ਜ਼ਰੂਰ ਹੋਵੇਗੀ। ਹੋ ਸਕਦਾ ਏ ਮੇਰੇ ਨਾਲ ਤੈਨੂੰ ਵੀ ਬੁਰਾ ਭਲਾ ਬੋਲੇ, ਪਰ ਤੂੰ ਪਰੇਸ਼ਾਨ ਨਾ ਹੋਵੀਂ। ਕੁਝ ਕੁ ਦਿਨਾਂ ਵਿੱਚ ਸਭ ਕੁਝ ਠੀਕ ਹੋ ਜਾਵੇਗਾ। ਉਹ ਆਪਣੇ ਉਸ ਦੇਵਦੂਤ ਨੂੰ ਨਾਲ ਘਰ ਲੈ ਗਿਆ।
ਹੁਣ ਉਸ ਜੁੱਤੀਆਂ ਬਣਾਉਣ ਵਾਲੇ ਨੂੰ ਇਸ ਗੱਲ ਦਾ ਤਾਂ ਪਤਾ ਹੀ ਨਹੀਂ ਸੀ ਕਿ ਉਹ ਕਿਸ ਨੂੰ ਆਪਣੇ ਘਰ ਲੈ ਆਇਆ ਹੈ, ਤੇ ਨਾ ਹੀ ਉਸ ਦੀ ਪਤਨੀ ਨੂੰ ਪਤਾ ਸੀ ਕਿ ਉਹਨਾਂ ਦੇ ਘਰ ਆਇਆ ਉਹ ਅਜਨਬੀ ਇੱਕ ਦੇਵਦੂਤ ਹੈ, ਜਿਸ ਦੇ ਆਉਂਦਿਆਂ ਹੀ ਘਰ ਵਿੱਚ ਖੁਸ਼ੀਆਂ ਦੀ ਹਨੇਰੀ ਆ ਜਾਵੇਗੀ। ਜਿਵੇਂ ਹੀ ਉਸ ਸ਼ਖਸ ਨੇ ਘਰੇ ਪਹੁੰਚ ਕੇ ਆਪਣੇ ਘਰਵਾਲੀ ਨੂੰ ਸਾਰੀ ਘਟਨਾ ਦੱਸੀ ਤਾਂ ਉਹ ਅੱਗਿਓਂ ਅੱਗ ਬਬੂਲਾ ਹੋ ਗਈ ਤੇ ਉਸ ਨਾਲ ਲੜਨ ਲੱਗ ਜਾਂਦੀ ਏ। ਉਸਨੇ ਗੁੱਸੇ ਵਿੱਚ ਪਤਾ ਨਹੀਂ ਉਸ ਨੂੰ ਕੀ ਕੁਝ ਸੁਣਾ ਦਿੱਤਾ ਤੇ ਕਿੰਨੀਆਂ ਹੀ ਗਾਲਾਂ ਕੱਢ ਦਿੱਤੀਆਂ। ਉਸ ਦਿਨ ਦੇਵਦੂਤ ਪਹਿਲੀ ਵਾਰ ਹੱਸਿਆ ਸੀ। ਜੁੱਤੀਆਂ ਬਣਾਉਣ ਵਾਲੇ ਨੇ ਉਸ ਨੂੰ ਉਸਦੇ ਹੱਸਣ ਦਾ ਕਾਰਨ ਪੁੱਛਿਆ ਤਾਂ ਉਸਨੇ ਕਿਹਾ, ਜਦੋਂ ਮੈਂ 3 ਵਾਰ ਹੱਸ ਲਵਾਂਗਾ ਤਾਂ ਆਪਣੇ ਹੱਸਣ ਦਾ ਕਾਰਨ ਵੀ ਦੱਸ ਦੇਵਾਂਗਾ। ਦਰਅਸਲ ਦੇਵਦੂਤ ਪਹਿਲੀ ਵਾਰ ਤਾਂ ਹੱਸਿਆ ਸੀ ਕਿਉਂਕਿ ਉਸਨੇ ਸੋਚਿਆ ਕਿ ਉਸ ਜੁੱਤੀਆਂ ਬਣਾਉਣ ਵਾਲੇ ਦੀ ਘਰਵਾਲੀ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈ ਕਿ ਉਹਨਾਂ ਦੇ ਘਰ ਕੌਣ ਆਇਆ ਏ, ਜਿਸ ਦੇ ਆਉਣ ਨਾਲ ਅਣਗਿਣਤ ਖੁਸ਼ੀਆਂ ਦੇ ਰਾਹ ਖੁੱਲ੍ਹ ਜਾਣਗੇ। ਪਰ ਉਸਦੀ ਵੀ ਕੋਈ ਗਲਤੀ ਨਹੀਂ ਸੀ। ਇੱਕ ਆਮ ਇਨਸਾਨ ਕਿੰਨੀ ਕੁ ਦੂਰ ਤੱਕ ਦੇਖ ਸਕਦਾ ਏ। ਉਹ ਤਾਂ ਬਸ ਇੰਨਾ ਹੀ ਦੇਖ ਪਾ ਰਹੀ ਸੀ ਕਿ ਉਸਦੇ ਤੇ ਉਸਦੇ ਬੱਚਿਆਂ ਦੇ ਕੱਪੜੇ ਤੇ ਕੰਬਲ ਚਲੇ ਗਏ। ਜੋ ਗਵਾ ਲਿਆ ਸੀ ਉਸ ਨੂੰ ਤਾਂ ਉਹ ਚੰਗੀ ਤਰ੍ਹਾਂ ਦੇਖ ਪਾ ਰਹੀ ਸੀ, ਪਰ ਜੋ ਉਸ ਨੂੰ ਮਿਲਿਆ ਸੀ ਉਸ ਕੋਲ ਉਹ ਦੇਖਣ ਵਾਲੀ ਅੱਖ ਹੀ ਨਹੀਂ ਸੀ। ਤਾਂ ਦੇਵਦੂਤ ਹੱਸਿਆ ਸੀ। ਉਸ ਨੂੰ ਆਪਣੀ ਮੂਰਖਤਾ ਯਾਦ ਆਈ ਕਿ ਇਸ ਦੀ ਪਤਨੀ ਵੀ ਨਹੀਂ ਦੇਖ ਪਾ ਰਹੀ ਕਿ ਅਸਲ ਵਿੱਚ ਹੋ ਕੀ ਰਿਹਾ ਏ। ਹੁਣ ਕਿਉਂਕਿ ਉਹ ਦੇਵਦੂਤ ਸੀ ਤਾਂ ਉਸਨੇ ਜੁੱਤੀਆਂ ਬਣਾਉਣ ਵਾਲੇ ਦਾ ਸਾਰਾ ਕੰਮ ਕੇਵਲ 10 ਦਿਨਾਂ ਵਿੱਚ ਹੀ ਸਿੱਖ ਲਿਆ ਤੇ ਉਹ ਜੁੱਤੀਆਂ ਬਣਾਉਣ ਲੱਗ ਪਿਆ। ਤੇ ਕੁਝ ਹੀ ਮਹੀਨਿਆਂ ਵਿੱਚ ਉਸ ਦੀਆਂ ਬਣਾਈਆਂ ਜੁੱਤੀਆਂ ਇੰਨੀਆਂ ਵਿਕੀਆਂ ਕਿ ਉਹ ਆਮ ਜਿਹਾ ਦੁਕਾਨਦਾਰ ਬਹੁਤ ਜ਼ਿਆਦਾ ਅਮੀਰ ਹੋ ਗਿਆ। ਸਾਲ ਭਰ ਵਿੱਚ ਤਾਂ ਸਾਰੇ ਦੇਸ਼ ਵਿੱਚ ਹੀ ਗੱਲ ਫੈਲ ਗਈ ਕਿ ਉਹਦੇ ਵਰਗੀਆਂ ਜੁੱਤੀਆਂ ਹਰ ਕੋਈ ਨਹੀਂ ਬਣਾ ਸਕਦਾ। ਵੱਡੇ ਵੱਡੇ ਰਾਜੇ ਮਹਾਰਾਜੇ ਤੇ ਸਮਰਾਟਾਂ ਦੀਆਂ ਜੁੱਤੀਆਂ ਹੁਣ ਉੱਥੋਂ ਬਣਨ ਲੱਗੀਆਂ। ਉਸਦੇ ਘਰ ਵਿੱਚ ਤਾਂ ਮੰਨੋ ਜਿਵੇਂ ਦੌਲਤ ਦੀ ਬਾਰਿਸ਼ ਹੋ ਗਈ। ਉਹ ਸਾਰੇ ਬਹੁਤ ਖੁਸ਼ ਰਹਿਣ ਲੱਗੇ ਤੇ ਸਭ ਕੁਝ ਬੜਾ ਵਧੀਆ ਚੱਲ ਰਿਹਾ ਸੀ। ਇੱਕ ਦਿਨ ਉਹਨਾਂ ਦੇ ਰਾਜ ਦੇ ਸਮਰਾਟ ਦਾ ਕੋਈ ਖਾਸ ਬੰਦਾ ਉਹਨਾਂ ਕੋਲ ਆਇਆ ਤੇ ਉਹਨਾਂ ਨੂੰ ਆਪਣੇ ਕੋਲੋਂ ਚਮੜਾ ਦੇ ਕੇ ਬੋਲਿਆ ਕਿ ਇਹ ਚਮੜਾ ਬੜਾ ਕੀਮਤੀ ਏ, ਇਹ ਆਸਾਨੀ ਨਾਲ ਨਹੀਂ ਮਿਲਦਾ, ਇਸ ਲਈ ਕੋਈ ਵੀ ਗਲਤੀ ਨਹੀਂ ਹੋਣੀ ਚਾਹੀਦੀ। ਉਸਨੇ ਚੰਗੀ ਤਰ੍ਹਾਂ ਸਮਝਾਉਂਦੇ ਹੋਏ ਕਿਹਾ ਕਿ ਸਮਰਾਟ ਲਈ ਬਿਲਕੁਲ ਇਸ ਤਰ੍ਹਾਂ ਦੀ ਜੁੱਤੀ ਬਣਾਉਣੀ ਏ। ਇਸ ਗੱਲ ਦਾ ਖਾਸ ਕਰਕੇ ਧਿਆਨ ਰੱਖਣਾ ਕਿ ਜੁੱਤੀ ਹੀ ਬਣਾਉਣੀ ਏ, ਚੱਪਲ ਨਹੀਂ। ਦੋਸਤੋ, ਉਸ ਰਾਜ ਵਿੱਚ ਇੱਕ ਰਿਵਾਜ ਸੀ ਕਿ ਜਦੋਂ ਕੋਈ ਮਰ ਜਾਂਦਾ ਸੀ ਤਾਂ ਉਸ ਨੂੰ ਚਮੜੇ ਦੀ ਚੱਪਲ ਪਵਾ ਕੇ ਚਿਖਾ ਤੇ ਲਟਾਇਆ ਜਾਂਦਾ ਸੀ। ਇਸ ਲਈ ਉਸ ਜੁੱਤੀਆਂ ਬਣਾਉਣ ਵਾਲੇ ਨੇ ਦੂਤ ਨੂੰ ਬਾਰ-ਬਾਰ ਕਿਹਾ ਕਿ ਦੇਖੀ ਭਰਾਵਾ, ਕਿਤੇ ਚੱਪਲਾਂ ਨਾ ਬਣਾ ਦੇਵੀਂ, ਜੁੱਤੀ ਹੀ ਬਣਾਈ, ਸਮਰਾਟ ਦਾ ਖਾਸ ਹੁਕਮ ਏ। ਤੇ ਯਾਦ ਰੱਖੀ, ਚਮੜਾ ਸਿਰਫ ਇੰਨਾ ਕੀ ਏ, ਗਲਤੀ ਦੀ ਕੋਈ ਗੁੰਜਾਇਸ਼ ਹੀ ਨਹੀਂ ਏ, ਨਹੀਂ ਤਾਂ ਫਿਰ ਆਪਾਂ ਬੜੀ ਵੱਡੀ ਮੁਸੀਬਤ ਵਿੱਚ ਫਸ ਜਾਵਾਂਗੇ। ਸਾਡੇ ਰਾਜ ਦੇ ਸਮਰਾਟ ਦਾ ਕੰਮ ਏ। ਇੰਨਾ ਕਹਿਣ ਦੇ ਬਾਵਜੂਦ ਵੀ ਉਸ ਦੇਵਦੂਤ ਨੇ ਉਸ ਚਮੜੇ ਦੀ ਚੱਪਲ ਹੀ ਬਣਾ ਦਿੱਤੀ। ਜਦੋਂ ਦੁਕਾਨਦਾਰ ਨੇ ਇਹ ਵੇਖਿਆ ਕਿ ਦੇਵਦੂਤ ਨੇ ਇੰਨਾ ਸਮਝਾਉਣ ਦੇ ਬਾਵਜੂਦ ਵੀ ਚੱਪਲ ਹੀ ਬਣਾਈ ਏ ਤਾਂ ਉਹ ਦੇਵਦੂਤ ਤੇ ਭੜਕ ਉੱਠਿਆ। ਉਹ ਗੁੱਸੇ ਨਾਲ ਇੰਨਾ ਪਾਗਲ ਹੋ ਗਿਆ ਕਿ ਇੱਕ ਡੰਡਾ ਚੱਕ ਕੇ ਦੇਵਦੂਤ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਉਸਨੇ ਕਿਹਾ ਕਿ ਤੈਨੂੰ ਕਿੰਨੀ ਵਾਰ ਸਮਝਾਇਆ ਸੀ ਕਿ ਇਸ ਚਮੜੇ ਦੀ ਜੁੱਤੀ ਹੀ ਬਣਾਉਣੀ ਏ, ਪਰ ਤੂੰ ਮੇਰੀ ਇੱਕ ਨਾ ਸੁਣੀ। ਹੁਣ ਸਮਰਾਟ ਸਾਨੂੰ ਦੋਨਾਂ ਨੂੰ ਨਹੀਂ ਬਖਸ਼ੇਗਾ, ਤੂੰ ਆਪ ਤਾਂ ਮਰਨਾ ਹੀ ਏ ਤੇ ਨਾਲ-ਨਾਲ ਤੂੰ ਮੈਨੂੰ ਤੇ ਮੇਰੇ ਪਰਿਵਾਰ ਨੂੰ ਵੀ ਮਰਵਾਏਂਗਾ। ਉਸ ਸ਼ਖਸ ਦੀ ਇੰਨੀ ਗੱਲ ਸੁਣ ਕੇ ਦੇਵਦੂਤ ਖਿੜਖਿੜਾ ਕੇ ਹੱਸਣ ਲੱਗ ਪੈਂਦਾ ਏ। ਅਚਾਨਕ ਉਸੇ ਵੇਲੇ ਸਮਰਾਟ ਦਾ ਉਹ ਦੌੜਦਾ ਹੋਇਆ ਬੰਦਾ ਉੱਥੇ ਆ ਜਾਂਦਾ ਏ ਤੇ ਹਫੋਂ ਟੁੱਟਿਆ ਹੋਇਆ ਕਹਿੰਦਾ ਏ, ਭਾਈ ਜੁੱਤੀ ਨਾ ਬਣਾਇਓ, ਚੱਪਲਾਂ ਹੀ ਬਣਾਇਓ, ਕਿਉਂਕਿ ਸਮਰਾਟ ਦੀ ਮੌਤ ਹੋ ਚੁੱਕੀ ਏ। ਐਨੀ ਗੱਲ ਸੁਣਦੇ ਹੀ ਉਸ ਸ਼ਖਸ ਦੇ ਹੱਥੋਂ ਡੰਡਾ ਸੁੱਟ ਕੇ ਥੱਲੇ ਡਿੱਗ ਪਿਆ। ਉਸਨੇ ਦੇਵਦੂਤ ਦੇ ਪੈਰ ਫੜ ਲਏ ਤੇ ਕਿਹਾ, ਮੈਨੂੰ ਮਾਫ਼ ਕਰ ਦੇ, ਮੈਂ ਤੇਰੇ ਮਾਰਿਆ ਪਤਾ ਨਹੀਂ ਹੋਰ ਵੀ ਕਿੰਨਾ ਅਨਾਪ ਸ਼ਨਾਪ ਤੈਨੂੰ ਕਹਿ ਦਿੱਤਾ।
ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਏ। ਦੇਵਦੂਤ ਨੇ ਕਿਹਾ ਕਿ ਕੋਈ ਗੱਲ ਨਹੀਂ, ਮੈਂ ਆਪਣੀ ਸਜ਼ਾ ਭੁਗਤ ਰਿਹਾ। ਉਸ ਸ਼ਖਸ ਨੇ ਕਿਹਾ, ਹੈ ਕਿਹੜੀ ਸਜ਼ਾ ਤੇ ਤੂੰ ਹੱਸ ਕਿਉਂ ਰਿਹਾ ਏ? ਦੇਵਦੂਤ ਨੇ ਜਵਾਬ ਦਿੱਤਾ ਕਿ ਜਦੋਂ 3 ਵਾਰ ਹੱਸ ਲਵਾਂਗਾ ਤਾਂ ਸਭ ਕੁਝ ਦੱਸ ਦੇਵਾਂਗਾ। ਭਵਿੱਖ ਕਿਸੇ ਨੂੰ ਨਹੀਂ ਦਿਖਦਾ ਉਸ ਪਰਮ ਪਿਤਾ ਤੋਂ ਇਲਾਵਾ ਕਿ ਅੱਗੇ ਕੀ ਹੋਵੇਗਾ, ਤੇ ਇਨਸਾਨ ਤਾਂ ਵੈਸੇ ਵੀ ਆਪਣੇ ਅਤੀਤ ਦੇ ਅਨੁਭਵਾਂ ਦੇ ਅਨੁਸਾਰ ਹੀ ਆਪਣੇ ਫੈਸਲੇ ਲੈਂਦਾ ਏ। ਸਮਰਾਟ ਜਿਉਂਦਾ ਸੀ ਤਾਂ ਜੁੱਤੀ ਸਾਹੀ ਦੀ ਸੀ ਤੇ ਮਰ ਗਿਆ ਤਾਂ ਚੱਪਲਾਂ। ਦੇਵਦੂਤ ਇਹ ਸੋਚ ਕੇ ਦੁਬਾਰਾ ਹੱਸਿਆ ਕਿ ਭਵਿੱਖ ਦਾ ਸਾਨੂੰ ਕੁਝ ਨਹੀਂ ਪਤਾ ਤੇ ਅਸੀਂ ਸੁਪਨੇ ਦੇਖਦੇ ਰਹਿੰਦੇ ਹਾਂ ਤੇ ਅਨੁਮਾਨ ਲਗਾਉਂਦੇ ਰਹਿੰਦੇ ਹਾਂ ਜੋ ਕਿ ਪੂਰੀ ਤਰ੍ਹਾਂ ਬੇਕਾਰ ਏ। ਅਸੀਂ ਇੱਛਾ ਕਰਦੇ ਹਾਂ ਕਿ ਸਾਡੇ ਨਾਲ ਇਹ ਹੋਵੇਗਾ, ਪਰ ਉਹ ਕਦੇ ਨਹੀਂ ਹੁੰਦਾ ਕਿਉਂਕਿ ਕੁਝ ਹੋਰ ਹੀ ਹੋਣਾ ਤੈਅ ਹੋਇਆ ਹੁੰਦਾ ਏ। ਸਾਡੀ ਨੀਅਤੀ ਸਾਤੋਂ ਪੁੱਛੇ ਬਗੈਰ ਹੀ ਚੱਲਦੀ ਏ, ਪਰ ਅਸੀਂ ਹੀ ਬੇਕਾਰ ਰੌਲਾ ਪਾਉਂਦੇ ਰਹਿੰਦੇ ਹਾਂ। ਚਾਹੀਦੀ ਤਾਂ ਚੱਪਲ ਹੁੰਦੀ ਏ, ਪਰ ਅਸੀਂ ਜੁੱਤੀ ਬਣਾਉਂਦੇ ਹਾਂ। ਮੌਤ ਦਾ ਸਮਾਂ ਨੇੜੇ ਆ ਰਿਹਾ ਹੁੰਦਾ ਏ, ਪਰ ਅਸੀਂ ਜਿਉਣ ਦੀਆਂ ਵਿਉਂਤਾਂ ਘੜਦੇ ਹਾਂ। ਤਾਂ ਇਸ ਘਟਨਾ ਨਾਲ ਦੇਵਦੂਤ ਨੂੰ ਮਹਿਸੂਸ ਹੋਇਆ ਕਿ ਭਲਾ ਮੈਨੂੰ ਕੀ ਪਤਾ ਕਿ ਉਹਨਾਂ ਬੱਚਿਆਂ ਦਾ ਭਵਿੱਖ ਕੀ ਹੋਵੇਗਾ। ਮੈਂ ਬੇਵਜ੍ਹਾ ਹੀ ਚੱਕਰਾਂ ਵਿੱਚ ਪੈ ਗਿਆ। ਇਹ ਗੱਲ ਸੋਚ ਕੇ ਦੇਵਦੂਤ ਅੱਜ ਆਪਣੀ ਮੂਰਖਤਾ ਉੱਪਰ ਖਿੜਖਿੜਾ ਕੇ ਹੱਸ ਰਿਹਾ ਸੀ। ਇਸੇ ਤਰ੍ਹਾਂ ਕੁਝ ਸਾਲਾਂ ਬਾਅਦ ਇੱਕ ਹੋਰ ਘਟਨਾ ਘਟੀ। ਦੇਵਦੂਤ ਦੁਕਾਨ ਤੇ ਬੈਠਾ ਜੁੱਤੀਆਂ ਬਣਾ ਰਿਹਾ ਸੀ। ਤਦ ਉੱਥੇ 3 ਜਵਾਨ ਕੁੜੀਆਂ ਇੱਕ ਬੁੱਢੀ ਔਰਤ ਨਾਲ ਆਈਆਂ। ਉਹਨਾਂ ਤਿੰਨਾਂ ਦਾ ਹੀ ਵਿਆਹ ਹੋਣ ਵਾਲਾ ਸੀ, ਇਸ ਲਈ ਹੀ ਉਹ ਆਪਣੇ ਲਈ ਜੁੱਤੀਆਂ ਦਾ ਨਾਪ ਦੇਣ ਆਈਆਂ ਸੀ। ਦੇਵਦੂਤ ਉਹਨਾਂ ਨੂੰ ਦੇਖਦੇ ਹੀ ਪਛਾਣ ਗਿਆ ਕਿ ਇਹ ਤਾਂ ਉਹੀ ਤਿੰਨੋਂ ਕੁੜੀਆਂ ਨੇ ਜਿਨ੍ਹਾਂ ਨੂੰ ਉਹਨਾਂ ਦੀ ਮਰੀ ਹੋਈ ਮਾਂ ਕੋਲ ਛੱਡ ਕੇ ਆਇਆ ਸੀ, ਜਿਨ੍ਹਾਂ ਕਰਕੇ ਉਹ ਇਹ ਸਜ਼ਾ ਭੁਗਤ ਰਿਹਾ ਏ। ਉਹ ਤਿੰਨੇ ਦੇਖਣ ਵਿੱਚ ਬੜੀਆਂ ਹੀ ਸੋਹਣੀਆਂ ਸੁਨੱਖੀਆਂ ਮੁਟਿਆਰਾਂ ਸੀ ਤੇ ਉਹਨਾਂ ਨੂੰ ਦੇਖ ਕੇ ਇਹ ਵੀ ਲੱਗ ਰਿਹਾ ਸੀ ਕਿ ਉਹ ਕਿਸੇ ਵੱਡੇ ਘਰਾਣੇ ਵਿੱਚ ਪਾਲ ਪੋਸ ਕੇ ਜਵਾਨ ਹੋਈਆਂ ਸੀ। ਉਸਨੇ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਨਾਲ ਇਹ ਬੁੱਢੀ ਔਰਤ ਕੌਣ ਏ? ਤਾਂ ਉਸ ਬੁੱਢੀ ਔਰਤ ਨੇ ਜਵਾਬ ਦਿੱਤਾ ਕਿ ਇਹ ਮੇਰੀ ਗੁਆਂਢਣ ਦੀਆਂ ਕੁੜੀਆਂ ਨੇ। ਬਚਪਨ ਵਿੱਚ ਹੀ ਇਹਨਾਂ ਦੀ ਮਾਂ ਦੀ ਮੌਤ ਹੋ ਗਈ ਸੀ। ਉਹ ਵਿਚਾਰੀ ਬਹੁਤ ਗਰੀਬ ਸੀ, ਉਸ ਕੋਲ ਤਾਂ ਕੁਝ ਖਾਣ ਪੀਣ ਲਈ ਵੀ ਨਹੀਂ ਸੀ। ਇੱਥੋਂ ਤੱਕ ਕਿ ਉਸ ਦੇ ਸਰੀਰ ਵਿੱਚੋਂ ਇਹਨਾਂ ਨੂੰ ਪਿਆਉਣ ਲਈ ਦੁੱਧ ਵੀ ਨਹੀਂ ਸੀ ਆਉਂਦਾ। ਉਹ ਵਿਚਾਰੀ ਇਹਨਾਂ ਨੂੰ ਦੁੱਧ ਚੁਗਾਉਂਦੇ ਚੁਗਾਉਂਦੇ ਹੀ ਮਰ ਗਈ ਤੇ ਮੇਰੇ ਕੋਈ ਵੀ ਸੰਤਾਨ ਨਹੀਂ ਸੀ, ਇਸ ਲਈ ਮੈਂ ਇਹਨਾਂ ਨੂੰ ਆਪਣੇ ਬੱਚਿਆਂ ਦੇ ਰੂਪ ਵਿੱਚ ਹੀ ਅਪਣਾ ਲਿਆ। ਹੁਣ ਇਹਨਾਂ ਦਾ ਇੱਕ ਸਮਰਾਟ ਦੇ ਖਾਨਦਾਨ ਵਿੱਚ ਵਿਆਹ ਹੋਣ ਜਾ ਰਿਹਾ ਏ। ਉਸ ਵੇਲੇ ਦੇਵਦੂਤ ਨੇ ਸੋਚਿਆ ਕਿ ਜੇਕਰ ਇਹਨਾਂ ਦੀ ਮਾਂ ਜਿਉਂਦੀ ਹੁੰਦੀ ਤਾਂ ਇਹ ਵੀ ਗਰੀਬੀ ਤੇ ਭੁੱਖਮਰੀ ਵਾਲੀ ਤਕਲੀਫ ਵਿੱਚੋਂ ਲੰਘ ਰਹੀਆਂ ਹੁੰਦੀਆਂ, ਪਰ ਕਿਉਂਕਿ ਇਹਨਾਂ ਦੀ ਮਾਂ ਮਰ ਗਈ, ਇਸ ਲਈ ਇਹਨਾਂ ਦਾ ਪਾਲਣ ਪੋਸ਼ਣ ਐਨੇ ਦੌਲਤਮੰਦ ਪਰਿਵਾਰ ਵਿੱਚ ਹੋਇਆ ਤੇ ਹੁਣ ਇਸ ਬੁੱਢੀ ਔਰਤ ਦੀ ਦੌਲਤ ਦੀ ਵਾਰਸ ਵੀ ਇਹ ਤਿੰਨੋਂ ਹੀ ਕੁੜੀਆਂ ਨੇ। ਉਸ ਦਿਨ ਦੇਵਦੂਤ ਆਪਣੀ ਮੂਰਖਤਾ ਤੇ ਤੀਜੀ ਵਾਰ ਹੱਸਿਆ ਸੀ। ਉਸਨੇ ਉਹਨਾਂ ਕੁੜੀਆਂ ਲਈ ਹੁਣ ਤੱਕ ਦੀਆਂ ਸਭ ਤੋਂ ਸ਼ਾਨਦਾਰ ਜੁੱਤੀਆਂ ਬਣਾਈਆਂ ਤੇ ਜੁੱਤੀਆਂ ਬਣਾਉਣ ਵਾਲੇ ਕੋਲ ਜਾ ਕੇ ਉਸ ਨੂੰ ਸਾਰੀ ਗੱਲ ਦੱਸੀ ਕਿ ਮੇਰੇ ਹੱਸਣ ਦੇ ਇਹ 3 ਕਾਰਨ ਸੀ। ਮੇਰੀ ਇਹ ਗਲਤੀ ਸੀ ਜਿਸ ਦੀ ਮੈਨੂੰ ਸਜ਼ਾ ਮਿਲੀ। ਹੁਣ ਮੈਂ ਸਮਝ ਗਿਆ ਕਿ ਨੀਅਤੀ ਸਭ ਤੋਂ ਵੱਡੀ ਹੁੰਦੀ ਏ ਤੇ ਅਸੀਂ ਸਿਰਫ ਓਨਾ ਹੀ ਦੇਖ ਪਾਉਂਦੇ ਹਾਂ ਜਿੰਨਾ ਅਸੀਂ ਦੇਖ ਸਕਦੇ ਹਾਂ, ਤੇ ਜੋ ਅਸੀਂ ਨਹੀਂ ਦੇਖ ਸਕਦੇ ਉਹ ਬਹੁਤ ਵੱਡਾ ਤੇ ਵਿਸ਼ਾਲ ਹੁੰਦਾ ਏ, ਤੇ ਜੋ ਅਸੀਂ ਦੇਖ ਸਕਦੇ ਹਾਂ ਉਸ ਨਾਲ ਅਸੀਂ ਸਹੀ ਅੰਦਾਜ਼ਾ ਨਹੀਂ ਲਗਾ ਸਕਦੇ ਜੋ ਭਵਿੱਖ ਵਿੱਚ ਹੋਣ ਵਾਲਾ ਏ। ਮੈਂ ਆਪਣੀ ਮੂਰਖਤਾ ਤੇ 3 ਵਾਰ ਹੱਸ ਚੁੱਕਿਆ ਹਾਂ। ਹੁਣ ਮੇਰੀ ਸਜ਼ਾ ਵੀ ਪੂਰੀ ਹੋ ਗਈ ਏ, ਇਸ ਲਈ ਮੈਂ ਹੁਣ ਵਾਪਸ ਜਾ ਰਿਹਾ ਹਾਂ। ਐਨਾ ਕਹਿ ਕੇ ਦੇਵਦੂਤ ਉੱਥੋਂ ਚਲਾ ਜਾਂਦਾ ਏ। ਦੋਸਤੋ, ਇਸ ਕਹਾਣੀ ਤੋਂ ਸਿੱਖਣ ਵਾਲੀ ਗੱਲ ਇਹ ਏ ਕਿ ਅੱਜ ਘਟੀਆਂ ਹੋਈਆਂ ਘਟਨਾਵਾਂ ਨੂੰ ਦੇਖ ਕੇ ਸਾਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ ਕਿ ਇਹ ਘਟਨਾ ਸਾਡੇ ਲਈ ਚੰਗੀ ਹੋਵੇਗੀ ਜਾਂ ਮਾੜੀ ਹੋਵੇਗੀ। ਇਸ ਦਾ ਜਵਾਬ ਤਾਂ ਆਉਣ ਵਾਲੇ ਭਵਿੱਖ ਵਿੱਚ ਹੀ ਲੁਕਿਆ ਹੋਇਆ ਏ। ਇਸ ਲਈ ਹਰ ਘਟਨਾ ਉੱਪਰ ਚੰਗੀ ਜਾਂ ਮਾੜੀ ਪ੍ਰਤੀਕਿਰਿਆ ਦੇਣਾ ਗਲਤ ਹੁੰਦਾ ਏ।
ਸਾਨੂੰ ਬਸ ਜੋ ਹੋ ਰਿਹਾ ਏ ਉਸ ਨੂੰ ਮੰਨਣ ਦਾ ਹੁਨਰ ਹੋਣਾ ਚਾਹੀਦਾ ਏ। ਮਹਾਤਮਾ ਗੌਤਮ ਬੁੱਧ ਵੀ ਆਪਣੇ ਉਪਦੇਸ਼ਾਂ ਵਿੱਚ ਇਹੀ ਕਹਿੰਦੇ ਨੇ ਕਿ ਨਾ ਤਾਂ ਬੀਤੇ ਦਾ ਪਛਤਾਵਾ ਕਰੋ ਤੇ ਨਾ ਹੀ ਆਉਣ ਵਾਲੇ ਭਵਿੱਖ ਦੀ ਚਿੰਤਾ, ਤੇ ਬਸ ਆਪਣੇ ਅੱਜ ਨੂੰ ਜੀਓ। ਇਹ ਪਲ ਜੋ ਚੱਲ ਰਿਹਾ ਹੈ ਉਸ ਨੂੰ ਮਾਣੋ ਤੇ ਇਸ ਨਾਲ ਹੀ ਇੱਕਮਿਕ ਹੋ ਜਾਓ। ਬਸ ਇਹੀ ਇੱਕੋ ਇੱਕ ਤਰੀਕਾ ਏ ਖੁਦ ਨੂੰ ਉਹਨਾਂ ਫਿਕਰਾਂ ਤੇ ਚਿੰਤਾ ਤੋਂ ਮੁਕਤੀ ਦਿਵਾਉਣ ਦਾ ਜਿਨ੍ਹਾਂ ਦਾ ਪ੍ਰਮਾਣ ਸਾਡੇ ਹੱਥ ਵਿੱਚ ਹੈ ਹੀ ਨਹੀਂ। ਸੋ ਦੋਸਤੋ, ਕਹਾਣੀ ਨੂੰ ਸੁਣਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਹੋ ਜਿਹੀਆਂ ਮੋਟੀਵੇਸ਼ਨ ਕਹਾਣੀਆਂ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ।